ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ। ਨਿਸਬਾਸਰ ਏਕ ਸਮਾਨ ਧਿਆਨ। ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਨ ਦਾਸ ਸੁਆਸ ਜਗਤਰ ਗੁਰੂ ਕੀ। ਪਾਰਸ ਭੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ। ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕੀਓ। ਸਮਰੱਥ ਗੁਰੂ ਸਿਰ ਹੱਥ ਧਰਿਓ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰ ਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ। ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠੇ ਸੋਹੀਐ ਸਭਨਾ ਦਾ ਵੇਦ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਪਹਿਲਾ। ਪਹਿਲਾ ਪਹਿਰੈ ਨੈਣ ਸਲੋਨੜੀਏ। ਰੈਣ ਅੰਧਿਆਰੀ ਰਾਮ। ਵਖਰ ਰਾਖ ਮੂਏ। ਆਵੈ ਵਾਰੀ ਰਾਮ। ਪਹਿਲਾ ਪਹਿਰੈ ਨੈਣ ਸਲੋਨੜੀਏ। ਰੈਣ ਅੰਧਿਆਰੀ ਰਾਮ।
वखर राख मुए आवे वारी राम। वारी आवे कवन जगावे सूती जम रस चूसे। रैन अंधेरी क्या पत तेरी चोर पड़े कर मूसे। राखण हारा अगम अपारा सुन बेनंती मेरिया। नानक मूर्ख कबह न चित है क्या सूझै रैन अंधेरिया। राखण हारा अगम अपारा सुन बेनंती मेरिया। नानक मूर्ख कबह न चेतै क्या सूझै रैन अंधेरिया। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तख दे मालक। बाणी के बोहित जाह राजहूर हाजरा हजूर सर्व कला समरथ। धन धन साहिब श्री गुरु ग्रंथ साहिब सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सबारे सतसंगी जनों। आपां सारे ही बड़ भागे हाँ जो दशमेश पिता गुरु कलगीधर सतगुरु अमृत के दाते सर्वांस दानी सहबे कमाल। धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सत संगत करके सतगुरु महाराज जी दियां खुशियां प्राप्त कर रहे हो। सतगुरु महाराज जी दे पावन दरबार दे विच अमृत वेले तो सजे हुए दीवाना विच आप जी ने सत्कार जो गुरु घर दे कीर्तनियां पासों श्री आसा जी की वार दे कीर्तन श्रवण कीते हन। सो आओ गुरु सवारियो समा है जो चल रही लड़ीवार गुरबाणी दी कथा तुखारी राग दे विचों आप संगतां श्रवण करदियां आ रहीआं हन। क्योंकि पिछलेरे दीवाना दे विच तकरीबन 10 दिन इतिहासक विचारां चलियां शहीदी दिहाड़े नूं समर्पित। ते अज सतगुरु महाराज साडे उत्ते बख्शिश कर रहे हैं। सो आओ अपनियां मन बिरतियां एकाग्र करिए ध्यान गुरचरणा नाल जोड़िए ते गुरु महाराज जी दे पावन उपदेश नूं हिरदियां विच वसा के अपना जीवन सफला करिए। विचार आरंभ करन तो पहला करो सारे अपनी रसना नूं पवित्र
ਤੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਪਹਿਲਾ। ਪਹਿਲੇ ਪਹਿਰੈ ਨੈਣ ਸਲੋਨੜੀਏ, ਰੈਣ ਅੰਧਿਆਰੀ RAM। ਵਖਰ ਰਾਖ ਮੂਏ, ਆਵੈ ਵਾਰੀ RAM। ਤੁਖਾਰੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1110 ਤੇ ਸੁਸ਼ੋਭਿਤ ਹੈ। ਸ਼ੰਤ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਜਿਵੇਂ ਚਾਰ ਪਹਿਰ ਹੈ ਤੇ ਚਾਰ ਪਹਿਰ ਜਿਹੜੇ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਦਿਨ ਦੇ 4 ਪਹਿਰ, ਰਾਤ ਦੇ 4 ਪਹਿਰ। ਤੇ ਪਾਤਸ਼ਾਹ ਕਹਿੰਦੇ ਐ ਜੀਵ ਤੇਰੇ ਜ਼ਿੰਦਗੀ ਦੇ ਵੀ 4 ਪਹਿਰ ਹਨ। ਜ਼ਿੰਦਗੀ ਵੀ ਤੇਰੀ 4 ਪਹਿਰਾਂ ਦੀ ਹੈ। ਤੇ ਪਹਿਲੇ ਪਹਿਰੇ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਪਹਿਲੇ ਪਹਿਰੇ ਵਿੱਚ ਤੂੰ ਪਹਿਰ ਵਿੱਚ ਐ ਜੀਵ ਇਸਤਰੀਏ ਕਿਵੇਂ ਉਸ ਮਾਲਕ ਨੂੰ ਤੈਂ ਵਿਸਾਰਿਆ ਹੋਇਆ। ਦੂਜਾ ਪਹਿਰ ਜ਼ਿੰਦਗੀ ਦਾ ਸ਼ੁਰੂ ਹੋ ਗਿਆ। ਹੁਣ ਤੂੰ ਉਸ ਮਾਲਕ ਨੂੰ ਚੇਤੇ ਕਰ, ਜਾਗਰਤ ਅਵਸਥਾ ਵਿੱਚ ਆ। ਜੇ ਤੂੰ ਜਾਗਰਤ ਅਵਸਥਾ ਵਿੱਚ ਆਵੇਗੀ ਫਿਰ ਤੈਨੂੰ ਜਿਹੜੇ ਇਹ ਪੰਜ ਜਿਹੜੇ ਵਿਕਾਰ ਰੂਪੀ ਚੋਰ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੈਨੂੰ ਲੁੱਟ ਨਹੀਂ ਸਕਣਗੇ। ਇਹਨਾਂ ਤੋਂ ਤੇਰਾ ਬਚਾਅ ਹੋ ਜਾਵੇਗਾ। ਫਿਰ ਸਤਿਗੁਰੂ ਕਹਿੰਦੇ ਜ਼ਿੰਦਗੀ ਦਾ ਤੀਸਰਾ ਪਹਿਰ ਆਰੰਭ ਹੋਇਆ। ਇਸ ਜੀਵਨ ਦੇ ਵਿੱਚ ਜੀਵ ਇਸਤਰੀ ਨੂੰ ਵਿਦਿਆ ਰੂਪੀ ਨੀਂਦ ਜਿਹੜੀ ਹੈ ਉਹ ਵਿਆਪਣ ਲੱਗ ਪਈ। ਐਸੀ ਮਾਇਆ ਵਿੱਚ ਗਲਤਾਨ ਹੋਈ ਜੀਵ ਇਸਤਰੀ, ਕਦੇ ਕਹਿੰਦੀ ਹੈ, ਕਦੇ ਕਹਿੰਦਾ ਇਹ ਮੇਰਾ ਪੁੱਤਰ ਹੈ, ਮੇਰੀ ਘਰ ਵਾਲੀ ਹੈ, ਮੇਰਾ ਆ ਹੈ, ਮੇਰਾ ਆ ਹੈ। ਇਹਦੇ ਵਿੱਚ ਹੀ ਗਲਤਾਨ ਹੋਇਆ ਜ਼ਿੰਦਗੀ ਦਾ ਤੀਸਰਾ ਪਹਿਰ। ਫਿਰ ਸਤਿਗੁਰੂ ਕਹਿੰਦੇ ਨੇ ਜ਼ਿੰਦਗੀ ਦਾ ਚੌਥਾ ਪਹਿਰ ਆਰੰਭ ਹੋਇਆ। ਉਹਦੇ ਵਿੱਚ ਇਸ ਜੀਵ ਇਸਤਰੀ ਨੂੰ ਆਪਣੇ ਜੀਵਨ ਸੰਵਾਰਨ ਦਾ ਮੌਕਾ ਹੈ। ਪਰ ਹੋਇਆ ਕੀ? ਕਹਿੰਦੇ ਉਹ ਐ ਜੀਵ ਇਸਤਰੀਏ ਤੇਰੀ ਜੀਵਨ ਲੀਲਾ ਪਤਾ ਨਹੀਂ ਕਦੋਂ ਸਮਾਪਤ ਹੋ ਜਾਣੀ ਹੈ। ਤੂੰ ਇਸ ਜ਼ਿੰਦਗੀ ਦੇ ਚੌਥੇ ਪਹਿਰ ਦੇ ਵਿੱਚ ਉਸ ਮਾਲਕ ਦੀ ਯਾਦ ਨੂੰ ਵਸਾ ਕੇ ਰੱਖ ਜਿਸ ਮਾਲਕ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਹੋਇਆ ਹੈ। ਜਦੋਂ ਤੇਰੇ ਮਨ ਦੇ ਵਿੱਚ ਇਹ ਉਸ ਮਾਲਕ ਦੀ ਯਾਦ ਵਸ ਜਾਵੇਗੀ, ਫਿਰ ਸਤਿਗੁਰੂ ਕਹਿੰਦੇ ਉਹ ਸਮਾਂ ਵੀ ਆਵੇ, ਚੌਥੇ ਪਹਿਰ ਤੋਂ ਬਾਅਦ ਤੇਰੀ ਜੀਵਨ ਰੂਪੀ ਗੰਢ ਖੁੱਲ੍ਹ ਜਾਵੇਗੀ। ਉਸ ਮਾਲਕ ਦਾ ਹਕਾਰਾ ਤੈਨੂੰ ਲੈਣ ਵਾਸਤੇ ਆ ਜਾਵੇਗਾ। ਜਿਸ ਪੰਜ ਭੂਤਕ ਸਰੀਰ ਉੱਤੇ ਜੀਵ ਇਸਤਰੀਏ ਤੂੰ ਮਾਣ ਕਰਦੀ ਫਿਰਦੀ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਇਹ ਪੰਜ ਭੂਤਕ ਸਰੀਰ ਇੱਥੇ ਹੀ ਰਹਿ ਜਾਣਾ ਹੈ। ਤੇ ਇਹ ਸਾਰੇ ਸ਼ਬਦ ਦਾ ਵਿਸਥਾਰ ਹੈ। ਤੇ ਅਖੀਰ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਨੇ ਉਸ ਨਾਮ ਦਾ ਰਸ ਮਾਣਨਾ ਕੀਤਾ, ਸ਼ਬਦ ਨਾਲ ਜੁੜਨਾ ਕੀਤਾ ਹੈ, ਉਹ ਫਿਰ ਜਿਹੜੀ ਜੀਵ ਇਸਤਰੀ ਹੈ ਉਸ ਮਾਲਕ ਪ੍ਰਭੂ ਦਰ ਤੇ ਪ੍ਰਵਾਨ ਹੁੰਦੀ ਹੈ। ਆਰੰਭਤਾ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਪਹਿਲਾ ਪਹਿਰੈ ਨੈਣ ਸਲੋਨੜੀਏ,
रैण अंधियारी राम। पहला पैरा, हे सलोनड़िए, हे सोहणे नेत्रां वालीए जीव इस्तरीए। तेरी जिंदगी का पहला पहर आरंभ होया ते तेरी हालत इहो जी हो गई कि रैण अंधियारी राम, तू अज्ञानता रूपी हनेरे दे विच इस तरह खचत होई फिरदी है, तैनू कुछ भी दिखाई नहीं दे रहा है। तेरे कोल तैनू परमात्मा ने नाम जपण दे लई ये जेबा देना कीती है, तैनू ये मनुखा देही बख्शिश कीती है। पर होया कि वखर राख मूए आवे बारी राम। जिहड़ा समा वखर समा, कहंदे जिहड़ा समा तैनू मिलिया ना, इस समय दी तू कदर करना कर। जिंदगी तैनू मिली है, जिंदगी दी कदर करना कर। ते एक दिन फिर समा आवेगा, आवे बारी राम, संसार तो जाण दी तेरी बारी आ जावेगी। उदों ए जीव इस्तरी फिर तू की करेगी? क्योंकि मनुख की ये सोच है, सारी जिंदगी मनुख मैं मेरी विच विचरदा है। पर जो गुरु ग्रंथ साहिब महाराज की पावन बाणी पढ़ते हैं, गुरु नूं पुछीए तो गुरु साहिबान कहते ऐ जीव जदों तेरे अंदर मैं है उदों मैं नहीं हाँ। जो तेरे अंदरों मैं मुक गई उदों फिर मैं हाँ। भगत कबीर जी के वचन पढ़ते ना, कबीर मेरा मुझ में किश नहीं, जो किश है सो तेरा, तेरा तुझको सौंपते क्या लागै मेरा। फिर कबीर साहबान जी कहते ने, कबीर तू तू करता तू हुआ, मुझ में रहा न हूँ, जब आपा पर का मिट गया, जद देखो तद तू। कहते फिर अवस्था इहो जी बन जाती जो सारिया थावां ते जब जीव के अंदरों मैं पुणा मुक गया, अहंग मुक गया, तो उदों जीव फिर वो सारिया थावां ते उस मालक प्रभु नूं देखदा है। कहते ने एक ऋषि होए सुखरात नामे, बड़ा विद्वान भजन बंदगी करने वाला, उस परमेश्वर के गुणों का ज्ञान करने वाला ते पखंड का खंडन करता है। एक यूनान का अमीर पुरुष सुखरात कोल चल के आया, उन्होंने नमस्कार कीती ते कोल बैठ गया। कोल बैठ के समा पा के उन्हें सवाल कर दिता। कहन लग्या कि मैं की हाँ। अगों सुखरात कहन लग्या कि भाई तू कुछ भी नहीं है। कहन लगे जी ये परमात्मा की बनाई हुई कुदरत है, कुदरत की है, तो मेरे को धन संपदा है, मैं जमीन भूमि का मालक हाँ, नौकर चाकर मेरे अगे हैं, वो मेरे हुक्म की पालना करते हैं। अपना सारा ये जिन्ना भी कारोबार सी, प्रॉपर्टी सी, वो गणा रहा तो मैं मेरी करता फिरदा है। सुखरात कहन लग्या कि भाई ये दस तू आया कित्थों है। कहन लग्या मैं आया हाँ यूनान तो। कहन लगे फिर सुखरात ने की किया, कहते उस समय जिहड़ा धरती का नक्शा सी ना, वो नक्शा बाहर कढ़ दिता, सामने रख दिता। कहन लग्या दस ये जिहड़ा नक्शा बनया होया धरती दे किहड़ी थां ते तेरा जिहड़ा वो
नगर है जुनान, जिथों जिस देश च तू आया है वो कित्थे है, किहड़े शहर च तू रहिंदा है। ते अगों ये आखण लग्या कि जुनान तां एक छोटा जिहा बिंदु दी न्याई है। धरती तां नवखंड पृथ्वी है, बहुत वड्डी है, ते जुनान छोटा जिहा जिवें आपां कहदे एक बिंदु है, बिंदु दी न्याई कहंदे ये जुनान है। सुखरात अगों अगला सवाल किया, कहण लगे ठीक है वो बिंदु कित्थे है। दस्सिया कि आ थां ते कहंदे मेरा साडा नगर है, साडा देश है। बिंदु दी न्याई फिर कहण लगे ये दस, जिस महल दे विच जुनान दी धरती तू रहिंदा है, जिस महल दे विच जुनान दी धरती ते तू रहिंदा है, वो धरती वो महल कित्थे है। अमीर पुरुष ने गोत्र देना कीता, कहण लग्या हे संत जी वो महल दी जिहड़ी इस नक्शे उत्ते तस्वीर नहीं होवेगी। देश जिहड़ा मेरा देश जुनान, उहदा बिंदु दी न्याई थोड़ा जिहा निशानी मिल गई, पर मेरे महल दी तस्वीर नहीं होवेगी, क्योंकि ओहो जे बहुत सारे बड़े बड़े महल इस धरती उत्ते बने हुए ने, ते अनेकां लोकां दे घर ने, ते लोक उन्हां महलां च रहिंदे ने ते कूच करके चले जाते ने। सुखरात ने गोत्र देना कीता, कहण लग्या कि हे भले पुरशा यही तेरे सवाल का उत्तर है। तैं मैनू पुछया सी कि मैं की हाँ, तैनू दसना कीता कि तू कुछ भी नहीं है। जिवें तेनू अपने महल का, तेरे महल का नक्शा जिहड़ा है इस धरती वाले नक्शे उत्ते नहीं आया, तैनू नहीं, तू कहंदा भी इहदे बहुत सारे हैं। कहण लगे कि परमात्मा ने इसे प्रकार तेरे जैसे अनेकां जीव पैदा कीते संसार दे विच, ते क्षण मात्र दे विच ही परमात्मा उन्हां नूं पैदा करदा, ते क्षण मात्र विच ही परिपूर्ण परमात्मा उन्हां दी लैता कर लैंदा है। इस करके तू कदे भी अपना आप ना जनना कर, तू अपना आप त्याग के उस मालक नूं समर्पित होना या गुरु नूं समर्पित होना कर, फिर तेरे उत्ते उस मालक दी बख्शिश होवेगी। ते सारी जिंदगी मनुख इसे तरह मैं मेरी जनांदा फिरदा है। पर गुरदेव पिता जी कहंदे ओ समा आ जाना जदों तैनू तेरा इत्थे कुछ भी वजूद नहीं रहना है। जिस शरीर उत्ते तू माण करदा है, एक दिन उस शरीर का भी ओला हो जाना। जदों इस मालक की दरगाह चो अपना सफ़र करके जावेगा, कहंदे फिर मालक की दरगाह विखे पहुँचेगा, उत्थों तेरे पासों सवाल किए जाणगे। उदों सवाल किए जाणगे, भाई मनुखा देही लैके गया सी, इस मनुखा देही दे राही संसार विच किहड़े काम कीते ने, किन्ना समा नाम जपिया, लोक भलाई दे कारज किहड़े कीते हैं। ये कल्ले कल्ले सवाल इस शरीर पासों पुछे जाणगे। आपां पढ़दे भी रोजाना सतगुर दे बचन, नितनेम दीआं बाणीआं विच पातशाह कहंदे ने, धन गुरु अमरदास पातशाह जी का फरमान है कि ए शरीरा मेरेया इस जग में आए कै, क्या तुद कर्म कमाया, के कर्म कमाया तुद शरीरा, जातू जग में आया, जिन हर तेरा रचन रचया, सो हर मन न बसाया, गुर प्रसादी हर मन बसया, पूरब लिखिया पाया,
ਕਹਿ ਨਾਨਕ ਇਹੋ ਸਰੀਰ ਪਰਵਾਨ ਹੁਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਰੋਜ਼ਾਨਾ ਆਪਾਂ ਇਹ ਬਚਨ ਪੜ੍ਹਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ, ਨਿਤਨੇਮ ਦੀਆਂ ਸਾਡੀਆਂ ਬਾਣੀਆਂ ਨੇ। ਪਰ ਜਿਹਨੇ ਧਿਆਨ ਦੇ ਕੇ ਸਤਿਗੁਰਾਂ ਦੀ ਬਾਣੀ ਪੜ੍ਹ ਲਈ, ਬਾਣੀ ਨੂੰ ਵਿਚਾਰ ਲਿਆ ਤੇ ਸੱਚ ਜਾਣਿਆ ਗੁਰੂ ਸਰ, ਕਦੇ ਵੀ ਉਹ ਜੀਵ ਫਿਰ ਆਪਣਾ ਆਪ ਨਹੀਂ ਜਣਾਵੇਗਾ। ਉਹਨੂੰ ਪਤਾ ਹੈ ਕਿ ਇਹ ਸਰੀਰ ਦੀ ਹਾਲਤ ਕੈਸੀ ਹੈ। ਅੱਜ ਨਹੀਂ ਤਾਂ ਕਿ ਸਰੀਰ ਦਾ ਓਹਲਾ ਹੋਣਾ, ਸਰੀਰ ਬਣਿਆ ਕਿਵੇਂ ਹੈ, ਸਰੀਰ ਦੀ ਬਣਤਰ ਕਿਵੇਂ ਬਣੀ ਹੈ। ਭਗਤ ਰਵਿਦਾਸ ਸਾਹਿਬਾਨ ਜੀ ਦੇ ਬਚਨ ਨੇ, ਭਗਤ ਜੀ ਦੱਸਦੇ ਨੇ ਕਿਸ ਤਰੀਕੇ ਨਾਲ ਸਰੀਰ ਦੀ ਬਣਤਰ ਬਣੀ ਹੈ। ਕਹਿੰਦੇ ਸਰੀਰ ਹੈ ਕੀ ਹੈ, ਕਹਿੰਦੇ ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾਰੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾ, ਸਾਢੇ ਤੀਨ ਹਾਥ ਰਿਸੀਵਾ। ਭਗਤ ਰਵਿਦਾਸ ਸਾਹਿਬ ਨੇ ਦੱਸ ਦਿੱਤਾ ਕਿ ਇਹ ਬੰਦੇ ਤੇਰੇ ਸਰੀਰ ਜਿਹੜਾ ਹੈ, ਇਹਨੂੰ ਜਲ ਦੀ ਭੀਤ, ਪਾਣੀ ਦੀ ਕੰਧ ਨਾਲ ਇਹ ਖਲੋਤੀ ਹੋਈ ਹੈ। ਪਾਣੀ ਦੀ ਕੰਧ ਤੇ ਨਹੀਂ ਰਹਿ ਸਕਦੀ ਹੈ, ਇਸ ਕਰਕੇ ਪਵਨ ਦੀ ਥੰਬੀ ਦਿੱਤੀ ਗਈ ਹੈ। ਇਹੋ ਜਿਹੇ ਤੇਰੇ ਸਰੀਰ ਦੀ ਹਾਲਤ ਹੈ ਬੰਦਿਆ, ਜਦੋਂ ਇਹ ਤੇਰਾ ਦਾਣਾ ਪਾਣੀ ਸੰਸਾਰ 'ਚ ਮੁੱਕਣਾ ਨਾ, ਉਦੋਂ ਇਹ ਸਰੀਰ ਤੇਰੇ ਕਿਸੇ ਕੰਮ ਨਹੀਂ। ਅਸਲ ਵਿੱਚ ਆਤਮਾ ਹੀ ਸਰੀਰ ਨੂੰ ਚੁੱਕੀ ਫਿਰਦੀ ਹੈ। ਜਦੋਂ ਗੁਰੂ ਸਾਹਿਬ ਆਤਮਾ ਵੱਖਰੀ ਹੋ ਗਈ ਤੇ ਸਰੀਰ ਫਿਰ ਇਸੇ ਤਰ੍ਹਾਂ ਰਹਿ ਜਾ, ਚਾਹੇ ਸਰੀਰ ਨੂੰ ਚਾਹੇ ਸਾੜਿਆ ਜਾਵੇ, ਚਾਹੇ ਦਫਨਾਇਆ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਰ ਜੀਵ ਨੇ ਜਿੰਨਾ ਸਮਾਂ ਇਹ ਸਰੀਰ ਮਿਲਿਆ, ਉਨਾ ਸਮਾਂ ਪਰਮਾਤਮਾ ਦੀ ਬੰਦਗੀ ਕਰ ਲਈ, ਚੰਗੇ ਕਰਮ ਕੀਤੇ, ਤੇ ਉਹ ਜਿਹੜੇ ਕਰਮ ਕੀਤੇ ਹੋਏ ਸੰਸਾਰ 'ਚ ਜਾ ਕੀਤੇ ਜਾਂਦੇ ਨੇ। ਕਹਿੰਦੇ ਬਣਨਾ ਸੁਆਹ ਹੀ ਹੈ, ਮਿੱਟੀ ਬਣਨਾ ਅਖੀਰ ਤੇ। ਭਗਤ ਕਬੀਰ ਸਾਹਿਬ ਨੂੰ ਪੁੱਛੋ, ਕਬੀਰ ਜੀ ਕਹਿੰਦੇ ਨੇ, ਜਬ ਜਰੀਏ ਤਬ ਹੋਏ ਭਸਮ ਤਲ, ਰਹਿ ਕਿਰਮ ਦਾ ਲਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ, ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਾ ਸਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਕਹਿੰਦੇ ਕਿਉਂ ਭਾਈ ਫੁੱਲਿਆ ਫਿਰਦਾ? ਸਰੀਰ ਨੇ ਚਾਹੇ ਨੂੰ ਸਾੜ ਦਿੱਤਾ ਜਾਵੇ, ਸੁਰਾਖ ਬਣੇ, ਦਫਨਾ ਦਿੱਤੇ, ਫਿਰ ਬਚਣਾ ਨਹੀਂ ਹੈ, ਫਿਰ ਕੀੜੇ ਮਕੌੜੇ ਨੇ ਖਾ ਲੈਣਾ, ਮਿੱਟੀ ਬਣ ਜਾਣਾ। ਫਿਰ ਵੀ ਕੱਚੇ ਘੜੇ 'ਚ ਤਿੜਕੇ ਹੋਏ ਘੜੇ 'ਚ ਪਾਣੀ ਪਾ ਦਈਏ, ਪਾਣੀ ਹੌਲੀ ਹੌਲੀ ਸਿਮ ਕੇ ਇੱਕ ਦਿਨ ਉਹ ਘੜਾ ਖਾਲੀ ਹੋ ਜਾਂਦਾ, ਤੇ ਪਰਮਾਤਮਾ ਨੇ ਸਾਡਾ ਸਰੀਰ ਰੂਪੀ ਘੜਾ ਜਿਹੜਾ ਤਿਆਰ ਕੀਤਾ, ਇਹ ਵੀ ਕੱਚੇ ਘੜੇ ਦੀ ਨਿਆਈ ਹੈ। ਦਿਨ ਤੇ ਰਾਤ ਕਰਕੇ ਸਾਡੇ ਸਵਾਹ ਜਿਹੜੇ ਨੇ ਉਹ ਪਾਣੀ ਦੀ ਨੇ ਸਿਮਦੇ ਜਾ ਰਹੇ ਨੇ, ਖਤਮ ਹੁੰਦੇ ਜਾ ਰਹੇ ਨੇ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ, ਕਾਲ ਹੇਰੀ ਫਿਰੈ ਬਦਕ ਜਿਉ, ਕਹੋ ਕਬਨ ਬਿਦ ਕੀਚੈ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਨੇ, ਕੱਚੇ ਘੜੇ ਦੀ ਨਿਆਏ ਤੇਰੇ ਸਰੀਰ ਦਾ ਵਜੂਦ ਹੈ, ਸਵਾਸਾਂ ਰੂਪੀ ਪਾਣੀ ਨਿਕਲਦਾ ਜਾ ਰਿਹਾ। ਇੱਕ ਦਿਨ ਕਹਿੰਦੇ ਇਹ ਘੜਾ ਖਾਲੀ ਹੋਵੇਗਾ, ਇਹਨੂੰ ਕੋਈ ਰੋਕ ਨਹੀਂ ਸਕਦਾ ਹੈ। ਸਵਾਸਾਂ ਰੂਪੀ ਜਿਹੜੀ ਪੂੰਜੀ ਹੈ ਇਹ ਮੁੱਕਣੀ ਹੈ, ਕਿਸੇ ਵਿੱਚ ਇਹ ਤਾਕਤ ਨਹੀਂ ਹੈ। ਦੇਖੋ ਭਗਤ ਕਬੀਰ ਸਾਹਿਬਾਨ ਜੀ ਵਿਚਰਦੇ ਹੋਏ ਜਾ ਰਹੇ ਨੇ, ਕੀ ਦੇਖਦੇ ਨੇ
कि कोठे उत्ते एक बीबी काम कर रही है, छत उत्ते काम कर रही है, नाले अपने बच्चे नूं खिडाउंदी है। बच्चे नूं एक बोल रखी हुई है, वो सुटदी है ते बच्चा दौड़ के जांदा, छोटा बच्चा गोडियां दे भार उड़दा, दौड़ के जांदा ते बच्चा उस गेंद नूं बोल नूं चुक के लैके आ जांदा। दुआरा फिर सुटदी ते इस तरह वो चुक के लै के माँ अपने काम च लगी हुई है, ध्यान काम दे विच ते नाल बच्चे नूं खिडा रही है। कहंदे कबीर साहबान देखते हुए चले गए। थोड़ी देर बाद जदों कबीर साहबान जी वापस मुड़ के आए ना, उही घर है, उही मकान की छत है, ते उसे मकान की छत उत्ते लोग जिहड़े ने उस घर दे कोल इकट्ठे होए ने। पिट स्यापा हो रहा है, कीरने पाए जा रहे ने, रो रहे हैं। वो इस्त्री जिहड़ी बच्चे नूं खिडाउंदी सी, वो इस्त्री रो रही है, परिवार रो रहा। ते कबीर जी ने जदों कोल खलो गए, जाके पुछया कि भाई की होया, कि दस्या कबीर जी ये माँ अपने बच्चे नूं खिडाउंदी सी, छत उत्ते बैठी हुई सी, गेंद नूं बोल नूं सुटदी सी ते बच्चा चुक के लैके आउंदा सी, ते माँ अपने काम च मस्त होई, गेंद सुट्टी ते गेंद जिहड़ी है जाके वो थल्ले डिग गई। ते बच्चे नूं की पता कि थल्ले जाके मैं डिगांगा, मेरी मौत होवेगी, मैं खत्म हो जावांगा। कहंदे बच्चा बोल चुकण वास्ते उन्हें कोठे तो थल्ले हथ कीता, ते माँ अपने काम धंधे विच लगी हुई है, कि थल्ले डिगण करके बच्चे दी मौत हो गई। बच्चा जिहड़ा है वो चढ़ाई कर गया, जिस करके अज ये माँ हुण रो रही है कि जे मैं थोड़ा ध्यान दिंदी शायद मेरा बच्चा अज बच जांदा। ते भगत कबीर साहबान जी ने सुनिया, सुन के रहा नहीं, अगम्मी जिहड़ा पैगाम है वो भगत जी ने फिर सारन संबोधन करके उपदेश देना कीता। भगत जी का सिरी राग दे विच ये शब्द है कि जननी जानत सुत बड़ा होत है, इतनाक न जानै जे दिन दिन अवध घड़त है, मोर मोर कर अदक लाड धरै, पेखत ही जम राव हसै। कहंदे जदों माँ ये सोचदी अपने मन च कि मेरा पुत्र जिहड़ा ये बड़ा हो रहा, पर कहंदे इनू ये नहीं पता कि दिन ते पहर पहर ते घरियां करके जिहड़ी उम्र है बच्चे दी वो लंघदी जा रही है, उम्र बतीत होंदी जा रही है। माँ लाड़ लड़ाउंदी है, प्यार दे नाल अपने बच्चे का नाम रखदी, क्योंकि लाड़ विच जिथे बच्चियां दे पक्के नाम रखे, छोटे बार नाम मां ने रखे हुंदे घर विच। की कहंदी है भगत जी, कहंदे मोर मोर कर अदक लाड़ धर। कदे कहंदी ये मेरा मोर है, मेरा तित्र है, मेरा आ है, मेरा आ है, लाड़ लड़ाउंदी है। कहंदे मां खेड़दी है अपने बच्चे नाल, पेखत ही जम राव हसै। जमराज जिहड़ा वो हसदा, जमराज नूं पता कि अज ये रो रही है, अज ये हस रही है, ते थोड़े दिन बाद इन्हें रोना है, क्योंकि इस बच्चे की उम्र थोड़ी है। ते जिंदगी दा पैर पैर सी, 4 पैरां जिंदगी वंडी गई है। ये नहीं कि जिंदगी कई बारी आपां के 60 साल 70 सालों के होवांगे, हो सकता साडी जिंदगी जिहड़ी है वो 20 सालों विच वंडी होवे। कईयां दी उम्रां छोटियां होंदियां, 20 साल 30 साल 40 साल,
कई बच्चे जन्म लैंदे ने, वो साल 2 साल कढ़ते हैं तो नाल ही खत्म हो जाते हैं। वो भी 4 हिस्सों में वंडी कि है जिंदगी के 4 पैर ही ने। शुरुआत जन्म तो होंदी है तो मरण तक फिर सब कुछ खत्म हो जाता, नामो निशान मिट जाता है। पीढ़ी दर पीढ़ी बजुर्ग जिहड़े ने अगे फिर बच्चे याद करते हैं, पर उदों तक याद बाद तो अपने दादे नूं याद किया जाता है। किसी नूं अपने पड़दादे का नाम पता नहीं हुंदा कि पड़दादा कौन सी साडा, बहुत घट। दादे तक याद है तो पड़दादे का नाम सारे हौली हौली फिर परिवार के जी भुलण लग जाते हैं कि भाई नहीं। तो सतगुरु कहते पर जिन्हां ने नाम जपिया बंदगी की है उन्होंने फिर रोक रहिंदी दुनिया तक याद करते हैं। उन्होंने दिन दिहाड़े भी मनाए जाते हैं। भगत कबीर जी का एक सलोक है, जे भगत कबीर साहबान जी कहते ने, एक बेड़ी है, बेड़ी जिहड़ी नदी विच वो विचर, नदी दे विच वो विचर रही है, मलाह बेड़ी नूं चला रहे हैं। उस बेड़ी दे विच बहुत सारे छेक ने, बेड़ी च बहुत सारे छेक ने। हौली हौली उस बेड़ी विच पानी भरदा जा रहा, नदी दे बिल्कुल विचकार चली गई, दरिया दे विचकार चली गई। तो पानी जो भर गया तो उदों बेड़ी जिहड़ी है वो डुब जाती, किश्ती डुब जाती है। तो भगत जी कहते ने इस तरह जो बेड़ी भर गई तो पानी विच जिहड़े डुब गए जीव पर जे होले सन वो तो तर गए, जिन्हां दे सिर उत्ते भार सी उन्हें भार चुक्या डुब गए। इस तरह भगत जी कहते ने कबीर बेड़ा जर जरा फूटे छेक हजार हरुए हरुए तर गए डूबे जिन सिर भार। जिहड़े हरुए हरुए भाव जिहड़े होले सन, जिन्हां ने अपने सिर उत्ते पापां दी पंड नहीं चुकी सी, विकारां दी पंड नहीं चुकी, विकारां तो रह सन, पापां तो रह सन, वो होले पुरुष तां तर गए। पर जिन्हां ने अपने सिर उत्ते पापां दी पंड चुकी हुई सी ना, सारी जिंदगी बाड़े कर्म कीते, पाप कीते, विषे विकारां विच ही गलतान रहे। कई लोक भलाई दा काम नहीं कीता, पराया नूं दुख ही देण दी कोशिश, आप भी दुखी ते दूजिਆਂ नूं दुखी करन दी कोशिश कीती। ते पातशाह कहंदे ने इहो जिहे लोकां दी हालत इहो जी हो गई कि वो संसार समुंदर जिहड़ा है इहदे विच जीव सफ़र कर रहे ने। जीवन रूपी बेड़ी विच अनेकां प्रकार दे छेक ने, विकारां रूपी पानी नाल वो भरदी जा रही है। पर जिन्हां दे जिहड़े होले सन, विकारां तो रहत सन, पापां तो रहत सी, वो तां तर गए। पर जिन्हां ने गुरु साहब पापां नाल अपने सिर उत्ते भार चुकिया होया सी ना, ते भगत जी कहंदे फिर वो डुब गए, वो तर नहीं सके। ते गुरु सवारियो यही बचन सतगुरु इत्थे करते ने, कहंदे ऐ जीव इस्तरीए, ये सोहणे नेत्रां वाली इस्तरीए, जीवन रूपी अवस्था ने तेरी रहन अंधियारी राम। तू अपनी जीवन रूपी अवस्था नूं घुप हनेरे विच बतीत कर, अज्ञानता रूपी हनेरे विच गलतान कर रही है। वखर राख मुईए आवे वारी राम। जिहड़ा वखर है समा, जिहड़ा तैनूं समा मिलिया ना, इस समय दी तू संभाल कर। एक दिन कहंदे तेरी बारी आ जावे, बारी आपो अपनी कोई न बंधै धीर। राणा राव ना को रह रंग न तुंग फकीर, बारी आपो अपनी कोई न बंधै धीर। कोई धीरज नहीं धर सकता। ते पुछिया सतगुरु गुरु ग्रंथ साहिब महाराज नूं, पातशाह किहड़े किहड़े बच सकते ने, क्यों संसार च कोई इहो जिहा जिहड़ा बच सकता?
ਤੇ ਪਾਤਸ਼ਾਹ ਕਹਿੰਦੇ ਨੇ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦਿਸ ਹੈ ਸੋ ਕੱਲ ਹੈ ਖਰਨਾ। ਕਹਿੰਦੇ ਜੋ ਦਿਸ ਰਿਹਾ ਨਾ ਉਹ ਕਾਲ ਨੇ ਇੱਕ ਦਿਨ ਖੜ ਲੈਣਾ, ਕਾਲ ਨੇ ਲੈ ਜਾਣਾ ਏ, ਕੋਈ ਨਹੀਂ ਬਚਾ ਸਕਦਾ। ਹਰ ਇੱਕ ਦੀ ਵਾਰੀ ਆਉਣੀ ਹੈ, ਅੱਜ ਨਹੀਂ ਤਾਂ ਕੱਲ। ਉਹ ਵੱਖਰੀ ਗੱਲ ਹੈ, ਕਈ ਲੰਬੇਰੀ ਉਮਰ ਭੋਗਦੇ ਨੇ, ਕਈ ਛੋਟੀ ਉਮਰ ਚਲੇ ਜਾਂਦੇ ਨੇ, ਪਰ ਵਾਰੀ ਆਉਂਦੀ ਜ਼ਰੂਰ ਹੈ। ਸਾਡੇ ਗੁਰੂ ਸਾਹਿਬਾਨ ਜੀ ਸਰੀਰਕ ਤੌਰ 'ਤੇ ਸੰਸਾਰ 'ਚ ਆਏ ਅਤੇ ਉਹਨਾਂ ਦੀ ਵੀ ਸਰੀਰ ਦੀ ਵਾਰੀ ਹੈ, ਉਹਨਾਂ ਸਰੀਰਾਂ ਦਾ ਓਹਲਾ ਕੀਤਾ। ਵੱਖਰੀ ਗੱਲ ਹੈ, ਸ਼ਬਦ ਗੁਰੂ ਨੂੰ ਵੀ ਜੋਤ ਜਗਾ ਦਿੱਤੀ, ਪਰ ਦੱਸਿਆ ਕਿ ਭਾਈ ਸਰੀਰ ਲਿਆ, ਸਰੀਰ ਦਾ ਇੱਕ ਦਿਨ ਅੰਤ ਹੋਣਾ। ਆਤਮਾ ਅਮਰ ਹੈ, ਆਤਮਾ ਨਹੀਂ ਮਰਦੀ, ਜੀਰ ਮਰਦੇ ਨੇ। ਇਹੀ ਆਤਮਾ ਫਿਰ ਵੱਖਰੇ ਵੱਖਰੇ ਸਰੀਰ ਧਾਰਨ ਕਰ ਲੈਂਦੀ ਹੈ ਕਰਮਾਂ ਅਨੁਸਾਰ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਤੈਨੂੰ ਵੱਖਰ ਮਿਲਿਆ, ਸਮਾਂ ਮਿਲਿਆ, ਇਹਦੀ ਤੂੰ ਕਦਰ ਕਰਨਾ ਕਰ, ਇਹ ਸਮੇਂ ਦੀ ਸੰਭਾਲ ਕਰ, ਨਹੀਂ ਤਾਂ ਉਹ ਸਮਾਂ ਵੀ ਆਵੇਗਾ ਕਿ ਵਾਰੀ ਆਵੇ ਰਾਮ। ਫਿਰ ਤੇਰੀ ਜਦੋਂ ਵਾਰੀ ਆ ਜਾਵੇਗੀ ਉਦੋਂ ਤੈਨੂੰ ਕੌਣ ਸਾਂਭੇਗਾ? ਕੋਈ ਨਹੀਂ ਫਿਰ ਤੇਰੀ ਪੁੱਛ-ਗਿੱਛ ਹੋਵੇਗੀ। ਉਦੋਂ ਤੇਰੇ ਪਰਿਵਾਰ ਦੇ ਮੈਂਬਰਾਂ ਨੇ ਚੁੱਕ ਕੇ ਤੇਰੇ ਸਰੀਰ ਦਾ ਸੰਸਕਾਰ ਕਰਨਾ ਹੈ। ਇਸ ਕਰਕੇ ਭਾਈ ਆਪਣੇ ਸਮੇਂ ਦੀ ਸੰਭਾਲ ਕਰ। ਅਗਲਾ ਵਚਨ ਗੁਰਦੇਵ ਪਿਤਾ ਜੀ ਕਰ ਰਹੇ ਨੇ, ਵਾਰੀ ਆਵੇ ਕਵਣ ਜਗਾਵੇ, ਸੂਤੀ ਜਮ ਰਸ ਚੂਸੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਤੇਰੀ ਭਾਈ ਵਾਰੀ ਆ ਗਈ ਨਾ ਸੰਸਾਰ ਤੋਂ ਜਾਣ ਦੀ, ਤੈਨੂੰ ਕਵਣ ਜਗਾਵੇ, ਤੈਨੂੰ ਕੌਣ ਜਗਾ ਸਕਦਾ ਉਦੋਂ? ਕਹਿੰਦੇ ਇੱਕ ਦਿਨ ਤਾਂ ਸਮਾਂ ਆਉਣਾ ਹੀ ਹੈ, ਇਹ ਸਮੇਂ ਦੀ ਸੰਭਾਲ ਕਰ। ਕਹਿੰਦੇ ਭਾਈ ਕਿਹੜਾ ਤੈਨੂੰ ਜਗਾਉਣ ਵਾਲਾ, ਕਿਹੜਾ ਤੈਨੂੰ ਉਸ ਵਾਰੀ ਤੋਂ ਬਚਾਉਣ ਵਾਲਾ ਹੈ? ਪਰ ਜੀਵ ਇਸਤਰੀ ਸਾਰੀ ਜ਼ਿੰਦਗੀ ਸੁੱਤੀ ਪਈ ਹੈ ਵਿਦਿਆ ਰੂਪੀ ਰਾਤ ਵਿੱਚ। ਜਮ ਰਸ ਚੂਸੇ, ਜਿਹੜਾ ਜਮ ਹੈ ਉਹ ਰਸ ਨੂੰ ਚੂਸ ਰਿਹਾ, ਭਾਵ ਜਮ ਨੇ ਇਸ ਤਰ੍ਹਾਂ ਆਪਣੇ ਅਧੀਨ ਕੀਤਾ ਹੋਇਆ ਕਿ ਜੀਵ ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਰੂਪੀ ਰਸ ਨੂੰ ਚੂਸਦਾ ਰਹਿੰਦਾ ਹੈ। ਇਹਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਮੈਂ ਜਮਾਂ ਦੇ ਵਸੀਕਾਰ ਹੋਣਾ ਹੈ, ਮੈਂ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾਣਾ ਹੈ। ਜਿਹਨੂੰ ਤਾਂ ਇਹ ਸੋਝੀ ਆ ਗਈ ਫਿਰ ਉਹ ਆਪਣੇ ਸਮੇਂ ਦੀ ਸੰਭਾਲ ਕਰਦਾ, ਉਹ ਸਾਸ ਗਰਾਸਦਾ, ਉਸ ਮਾਲਕ ਦਾ ਨਾਮ ਜਪਦਾ। ਪਰ ਜਿਨ੍ਹਾਂ ਨੇ ਗੁਰੂ ਸਵਾਰੇ ਉਸ ਮਾਲਕ ਪ੍ਰਭੂ ਨੂੰ ਵਿਸਾਰਿਆ ਹੋਇਆ, ਭੁਲਾਇਆ ਹੋਇਆ ਹੈ, ਉਹ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਰਸ ਕਸ ਹੀ ਚੂਸਦੇ ਹਨ। ਇਸੇ ਤਰ੍ਹਾਂ ਵਿਸ਼ੇ ਵਿਕਾਰ ਹੀ ਭੋਗਦੇ ਹਨ ਤੇ ਨਾਮ ਦਾ ਰਸ ਉਹ ਕਦੇ ਨਹੀਂ ਮਾਣਦੇ। ਨਾਮ ਦਾ ਰਸ ਨਹੀਂ ਮਾਣਦੇ, ਨਾਮ ਦੇ ਰਸ ਤੋਂ ਉਹ ਕੋਹਾਂ ਦੂਰ ਹਨ। ਤੇ ਜਦੋਂ ਵਾਰੀ ਆਉਂਦੀ ਹੈ ਫਿਰ ਉਦੋਂ ਫਿਰ ਇਹ ਜੀਵ ਇਸਤਰੀ ਪਛਤਾਤਾਪ ਕਰਦੀ ਹੈ, ਰਹਿਣ ਅੰਧੇਰੀ ਕਿਆ ਪਤ ਤੇਰੀ, ਚੋਰ ਪੜੈ ਘਰ ਮੂਸੇ। ਗੁਰਦੇਵ ਪਿਤਾ ਜੀ ਅਗਲਾ ਬਚਨ ਕਰਦੇ ਨੇ, ਕਹਿੰਦੇ ਰਹਿਣ ਅੰਧੇਰੀ, ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਅਵਸਥਾ ਰੂਪੀ ਰਹਿਣ ਦੀ ਸ਼ੁਰੂਆਤ ਹੋ ਗਈ ਤੇ ਹਨੇਰੀ ਕੁੱਪ ਹਨੇਰਾ ਹੈ, ਬਿਲਕੁਲ ਕੁਝ ਦਿਖਾਈ ਨਹੀਂ ਦੇ ਰਿਹਾ। ਜੇ ਤੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ, ਜਦੋਂ ਨੇਤਰਾਂ ਦੇ ਸਾਹਮਣੇ ਕੁੱਪ ਇੱਕ ਹੁੰਦਾ ਹੈ ਸਮਾਨ ਅੰਧਕਾਰ, ਇੱਕ ਹੁੰਦਾ ਘੁੱਪ ਹਨੇਰਾ। ਸਮਾਨ ਅੰਧਕਾਰ ਹੁੰਦਾ ਜਿਵੇਂ ਥੋੜ੍ਹਾ ਜਿਹਾ ਚਾਨਣ ਵੀ ਹੋਵੇ ਤੇ ਨਾਲ ਹਨੇਰਾ ਵੀ ਹੋਵੇ, ਜਿਹਦੇ ਸਾਨੂੰ ਪਈ ਹੋਈ ਵਸਤੂ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। ਜੋ ਘੁੱਪ ਹਨੇਰਾ ਹੀ ਛਾ ਗਿਆ, ਕੁਝ ਵੀ ਦਿਖਾਈ ਨਹੀਂ ਦੇਣਾ, ਉਹਨੂੰ ਕਹਿੰਦੇ ਘੁੱਪ ਹਨੇਰਾ। ਤੇ ਫਿਰ ਉਹ ਰਾਤ ਜਿਹੜੀ ਹੈ ਨਾ ਕੁਝ ਦਿਖਾਈ ਨਹੀਂ ਜੀਵਨ ਦਿੰਦਾ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਤੇਰੇ ਜੀਵਨ ਵਿੱਚ ਇਹ ਹਨੇਰੀ ਰਾਤ ਆਈ, ਤੂੰ ਇਸ ਤਰ੍ਹਾਂ ਸਿਰ ਉੱਤੇ ਪਾਪਾਂ ਦੀ ਪੋਟਲੀ ਚੁੱਕੀ ਹੋਈ ਹੈ, ਕਹਿੰਦੇ ਤੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਕਹਿੰਦੇ ਇਹ ਬੰਦੇ, ਇਹ ਜੀਵ ਇਸਤਰੀਏ, ਫਿਰ ਕਿਆ ਪਤ ਤੇਰੀ,
तेरी पत इज्जत की रह जाएगी। कोई पत इज्जत ना इस लोक विच ना परलोक दे विच। तेरे घर विच चोर पड़ा घर मूसे, तेरे घर विच चोर पे हुए ने, ਜਿਹੜੇ तेरे घर ਨੂੰ ਲੁੱਟਦੇ ਜਾ ਰਹੇ ਨੇ ਉਹ ਚੋਰ ਕਿਹੜੇ ਨੇ? ਉਹ ਨੇ बेकार रूपी चोर, विषय रूपी चोर, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਉੱਤੇ ਹਾਵੀ ਹੋਏ ਫਿਰਦੇ ਨੇ। ਇਸ ਤਰੀਕੇ ਨਾਲ ਉਹ ਜਿਹੜੇ ਚੋਰ ਨੇ ਉਹ ਤੈਨੂੰ ਲੁੱਟਦੇ ਜਾ ਰਹੇ ਹਨ। ਇਸ ਕਰਕੇ ਜਿਹੜਾ ਤੇ ਜੀਵਨ ਜਿਹੜਾ ਸੂਰਜ ਜਿਵੇਂ ਚੜ੍ਹਦਾ, ਸੂਰਜ ਅਸਤ ਹੋਣ ਵੇਲੇ ਦੇਖੋ ਗੁਰੂ ਸਾਹਿਬ ਨੇ ਕਿੰਨੀ ਸੋਹਣੀ ਮਰਜ਼ਾਦਾ ਬਣਾਉਣਾ ਕੀਤੀ ਹੈ। ਸਤਿਗੁਰੂ ਨੇ ਖੰਡੇ ਬਾਟੇ ਦੀ ਪੋਲ ਸਾਨੂੰ ਦਿੱਤੀ। ਫਿਰ ਪਾਤਸ਼ਾਹ ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੀ ਤੋਂ ਤੈਂ ਇਸ਼ਨਾਨ ਕਰਨਾ, ਫਿਰ ਤਾਂ ਨਿੱਤ ਦਾ ਨਿਯਮ ਨਿਭਾਉਣਾ। ਸਵੇਰ ਹੋ ਗਈ, ਸਵੇਰ ਵੇਲੇ ਸਿੱਖਾ ਤੈਂ ਆਪਣੇ ਕੰਮ ਧੰਦੇ ਕਰਨੇ ਨੇ। ਸੂਰਜ ਚੜ੍ਹ ਗਿਆ, ਜੋ ਸੂਰਜ ਅਸਤ ਹੋਣਾ, ਸੂਰਜ ਅਸਤ ਹੋਣ ਵੇਲੇ ਤੈਂ ਸੋਦਰ ਦੀ ਬਾਣੀ ਪੜ੍ਹਨੀ ਹੈ। ਸੋਦਰ ਦੀ ਬਾਣੀ ਪੜ੍ਹਨੀ, ਸੌਣ ਵੇਲੇ ਫਿਰ ਤੈਂ ਸੋਹਲਾ ਪੜ੍ਹਨਾ ਹੈ। ਸਤਿਗੁਰੂ ਨੇ ਸਾਨੂੰ ਸਮਝਾਇਆ ਕਿਸ ਤਰੀਕੇ ਨਾਲ। ਦੇਖੋ ਜੇ ਤੇਰੇ ਕਹਿੰਦੇ ਉਧਰ ਸੂਰਜ ਅਸਤ ਹੋ ਰਿਹਾ, ਸੂਰਜ ਛਿਪ ਰਿਹਾ ਹੈ, ਤੇ ਪਾਤਸ਼ਾਹ ਨੇ ਡਿਊਟੀ ਲਾਤੀ ਕਿ ਭਾਈ ਸੋਦਰ ਦੀ ਬਾਣੀ ਪੜ੍ਹ। ਤੇ ਸਤਿਗੁਰੂ ਦਾ ਸਮਝਾਉਣ ਦਾ ਤਰੀਕਾ ਕਿ ਕੀ ਪਤਾ ਤੇਰੀ ਜ਼ਿੰਦਗੀ ਦਾ ਇਹ ਆਖਰੀ ਸੂਰਜ ਹੋਵੇ। ਅੱਜ ਦਾ ਸੂਰਜ ਡੁੱਬ ਰਿਹਾ ਤੇ ਕੱਲ੍ਹ ਦਾ ਚੜ੍ਹਨਾ ਦੇਖਣਾ ਕਿ ਨਹੀਂ ਦੇਖਣਾ। ਇਸ ਕਰਕੇ ਬੰਦੇ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਤੂੰ ਉਹ ਸੋਦਰ ਦੀ ਬਾਣੀ ਪੜ੍ਹ, ਤਾਂ ਕਿ ਉਸ ਮਾਲਕ ਨਾਲ ਤੇਰੀ ਪ੍ਰੀਤੀ ਬਣ ਆਵੇ। ਤੂੰ ਮਾਲਕ ਦੀ ਦਰਗਾਹ ਵਿਖੇ ਜਾਵੇਗਾ ਤੇ ਕਹਿਣ ਜੋਗਾ ਹੋਵੇਗਾ ਕਿ ਮਾਲਕਾ ਮੈਂ ਜੀਵਨ ਰੂਪੀ ਸੂਰਜ ਸਮਾਪਤ ਹੋਣ ਤੋਂ ਪਹਿਲਾਂ ਪਹਿਲਾਂ ਤੈਨੂੰ ਯਾਦ ਕਰਕੇ ਆਇਆ ਹਾਂ। ਤੇ ਸੋਹਲਾ ਕਦੋਂ ਪੜ੍ਹਿਆ ਜਾਂਦਾ? ਸੋਹਲਾ ਆਮ ਤੌਰ 'ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਤੋਖਦੇ ਹਾਂ, ਸੁਖਾਸਨ ਕਰਦੇ ਹਾਂ, ਨਿੱਤਾ ਪ੍ਰਤੀ ਗੁਰੂ ਘਰਾਂ ਵਿੱਚ ਪੜ੍ਹਿਆ ਜਾਂਦਾ। ਤੇ ਦੂਜਾ ਸੋਹਲਾ ਉਸ ਸਮੇਂ ਪੜ੍ਹਿਆ ਜਾਂਦਾ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਨਾ ਗੁਰਮਤਿ ਅਨੁਸਾਰ। ਸ਼ਮਸ਼ਾਨ ਭੂਮੀ ਵਿੱਚੋਂ ਚਿਖਾ ਦਿੱਤੀ ਜਾਂਦੀ, ਚਿਖਾ ਤਿਆਰ ਕਰਕੇ ਅੱਗ ਲਾਈ ਜਾਂਦੀ ਹੈ, ਚੰਡਾ ਲਾਇਆ ਜਾਂਦਾ। ਚੰਡਾ ਲਾਉਣ ਤੋਂ ਬਾਅਦ ਫਿਰ ਗ੍ਰੰਥੀ ਸਿੰਘ, ਪਾਠੀ ਸਿੰਘ ਚੌਂਕੜਾ ਮਾਰ ਕੇ ਬੈਠਦਾ ਤੇ ਸੋਹਲੇ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਉਸ ਮਾਲਕ ਦੇ ਚਰਨਾਂ 'ਚ ਉਸ ਜਿਹੜਾ ਜੀਵ ਚੜ੍ਹਾਈ ਕੀਤਾ ਹੁੰਦਾ ਉਹਦੇ ਨਿਮਿੱਤ ਅਰਦਾਸ ਕੀਤੀ ਜਾਂਦੀ ਹੈ। ਦੇਖੋ ਫਿਰ ਗੁਰੂ ਨੇ ਕਿਵੇਂ ਮਰਿਆਦਾ ਕਾਇਮ ਕੀਤੀ। ਸਤਿਗੁਰੂ ਕਹਿੰਦੇ ਸੌਣ ਵੇਲੇ ਸਤਿਗੁਰੂ ਸੋਹਲਾ ਇਸ ਕਰਕੇ ਸਾਨੂੰ ਪੜ੍ਹਨ ਦਾ ਹੁਕਮ ਕੀਤਾ ਏ ਕਿ ਬੰਦਿਆ ਇਹ ਸਿੱਖਾ ਅੱਜ ਤੂੰ ਰਾਤ ਵੇਲੇ ਸੁੱਤਾ ਨਾ, ਕੀ ਪਤਾ ਸਵੇਰ ਹੁੰਦਿਆਂ ਤੱਕ ਤੇਰੀ ਅੱਖ ਦੁਆਰਾ ਖੁੱਲ੍ਹਣੀ ਹੈ ਕਿ ਨਹੀਂ ਖੁੱਲ੍ਹਣੀ ਹੈ, ਕਿ ਕੀ ਪਤਾ ਤੂੰ ਸਦੀਵੀ ਕਾਲ ਹੀ ਸੋ ਜਾਵੇ। ਦੁਆਰਾ ਤੋਂ ਉੱਠਣ ਦੀ ਜਿੰਨੀ ਮਰਜ਼ੀ ਤੈਨੂੰ ਪਰਿਵਾਰ ਦੇ ਮੈਂਬਰ ਉਠਾਉਣ ਉੱਠ ਨਾ ਸਕੇ, ਭਾਵੇਂ ਤੇਰਾ ਅੰਤਮ ਸਮਾਂ ਹੋਵੇ ਤੇ ਮਾਲਕ ਦੀ ਦਰਗਾਹ ਵਿਖੇ ਜਾ ਪਹੁੰਚੇਗਾ ਨਾ, ਉਦੋਂ ਕਹਿਣ ਜੋਗਾ ਹੋਵੇਗਾ ਕਿ ਮਾਲਕਾ ਮੈਂ ਆਪਣਾ ਸੋਹਲਾ ਆਪ ਪੜ੍ਹ ਕੇ ਆਇਆ ਹਾਂ। ਭਾਵ ਸਤਿਗੁਰੂ ਨੇ ਸਾਨੂੰ ਇਹ ਸਮਝਾਇਆ ਹੈ ਕਿ ਆਪਣੇ ਜੀਵਨ ਦੀ ਤੇ ਤਿਆਰੀ ਕਰਕੇ ਰੱਖਣੀ ਹੈ। ਹਰ ਸਮੇਂ ਸਮਾਂ ਕਦੇ ਵੀ ਆ ਸਕਦਾ ਹੈ। ਸਿੱਖ ਅਧੂਰਾ ਨਹੀਂ ਹੋਣਾ ਚਾਹੀਦਾ। ਜਿਹੜਾ ਸਿੱਖ ਨਿੱਤ ਦਾ ਨਿਯਮ ਨਹੀਂ ਕਰਦਾ, ਸੋਦਰ ਦੀ ਬਾਣੀ ਨਹੀਂ ਪੜ੍ਹਦਾ ਤੇ ਸ਼ਾਮ ਨੂੰ ਸੋਹਲੇ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਅਸਲ ਵਿੱਚ ਆਪਣੀ ਰਹਿਤ ਵਿੱਚ ਅਧੂਰਾ ਹੈ। ਸਿੱਖ ਪੂਰਾ ਨਹੀਂ ਹੈ। ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ ਸੌਂਦੇ ਹਾਂ, ਸੌਣ ਤੋਂ ਪਹਿਲਾਂ 5-7 ਮਿੰਟ ਲੱਗਦੇ ਨੇ ਸਾਰੇ, ਪਰ ਆਲਸ ਇੰਨਾ ਹੁੰਦਾ ਸਰੀਰ ਤੇ ਕੋਈ ਗੱਲ ਨਹੀਂ, ਸੋਹਲਾ ਹੀ ਪੜ੍ਹਨਾ, ਬਾਅਦ 'ਚ ਪੜ੍ਹ ਲਵਾਂ। ਜਿਸ ਕਰਕੇ ਆਪਾਂ ਮੁਨਕਰ ਹੁੰਦੇ ਜਾ ਰਹੇ ਹਾਂ। ਜੋ ਮਰਜ਼ਾਦਾ ਹੈ ਗੁਰੂ ਪਾਤਸ਼ਾਹ ਨੇ ਬਣਾਈ ਹੋਈ, ਉਹਦੇ ਮੁਤਾਬਕ ਆਪਾਂ ਨੇ ਆਪਣਾ ਜੀਵਨ ਬਤੀਤ ਕਰਨਾ ਹੈ। ਤੇ ਪਾਤਸ਼ਾਹ ਕਹਿੰਦੇ ਜਦੋਂ ਤੇਰੇ ਘਰ 'ਚ ਚੋਰ ਪਏ ਹੋਏ ਨੇ, ਤੇਰਾ ਸਭ ਕੁਝ ਖਜ਼ਾਨਾ ਲੁੱਟਦੇ ਜਾ ਰਹੇ ਨੇ, ਕਹਿੰਦੇ ਭਾਈ ਫਿਰ ਤੇਰੀ ਪਤ ਇੱਜ਼ਤ ਕੀ ਰਹਿ ਜਾਵੇਗੀ, ਉਸ ਖਾਲੀ ਹੋ ਜਾਵੇਗਾ। ਰਾਖਣ ਹਾਰਾ ਅਗਮ ਅਪਾਰਾ, ਸੁਣ ਬੇਨੰਤੀ ਮੇਰੀ ਆ,
ਜਿਹੜਾ ਅਗਮ ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਮਨ ਦੀ ਗਮਤਾ ਤੋਂ ਪਰੇ ਅਪਹੁੰਚ ਹੈ। ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਰੱਖਣ ਵਾਲਾ ਹੈ, ਜੀਵਾਂ ਦੀ ਰੱਖਿਆ ਕਰਦਾ ਹੈ। ਐਸੇ ਮਾਲਕ ਦੇ ਚਰਨਾਂ 'ਚ ਬੇਨਤੀ ਕਰ ਕਿ ਸੁਣ ਬੇਨੰਤੀ ਮੇਰੀ ਹੈ। ਹੇ ਪ੍ਰਭੂ, ਇਹ ਰੱਖਣਹਾਰ ਪ੍ਰਭੂ, ਮੇਰੀ ਵੀ ਬੇਨਤੀ ਸੁਣਨਾ ਕਰ, ਮੇਰੀ ਵੀ ਬੇਨਤੀ ਆਪਣੇ ਦਰ 'ਤੇ ਪ੍ਰਵਾਨ ਕਰਨਾ ਕਰ। ਪਰਮਾਤਮਾ ਰੱਖਿਆ ਕਰਦਾ, ਰੱਖੇ ਰੱਖਣਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਿਆਲ ਮਨੋ ਨਾ ਵਿਸਾਰਿਣ। ਰੱਖਿਆ ਕਰਦਾ ਪਰਮਾਤਮਾ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਰ ਹੈ। ਤੇ ਪਰਮਾਤਮਾ ਰੱਖਿਆ ਕਰਦਾ ਹੈ, ਸਿਰ ਤੋਂ ਲੈ ਕੇ ਪੈਰ ਤੱਕ ਸਾਰੇ ਸਰੀਰ ਦੀ ਰੱਖਿਆ ਕਰਦਾ। ਪਰ ਗੱਲ ਕੀ ਹੈ, ਸਾਨੂੰ ਪਰਮਾਤਮਾ ਦੇ ਬਣਨੇ ਨਹੀਂ, ਪਰਮਾਤਮਾ ਨੇ ਸਾਨੂੰ ਆਪਣਾ ਬਣਾਇਆ ਹੋਇਆ, ਪਰ ਆਪਾਂ ਉਸ ਪਰਮਾਤਮਾ ਦੇ ਨਹੀਂ ਬਣਦੇ, ਆਪਾਂ ਭੁੱਲੇ ਫਿਰਦੇ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਰੱਖਣ ਵਾਲਾ ਪਰਮਾਤਮਾ ਹੈ। ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕਰ, ਇੰਝ ਆਖ, ਹੇ ਪ੍ਰਭੂ ਆਪ ਜੀ ਮੇਰੀਆਂ ਬੇਨਤੀ ਨੂੰ ਸੁਣਨਾ ਕਰੋ। ਨਾਨਕ ਮੂਰਖ ਕਬਹਿ ਨ ਚੇਤੈ, ਕਿਆ ਸੂਝੈ ਰੈਣ ਅੰਧੇਰੀਆ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਮੂਰਖ ਮਨੁੱਖ, ਮੂਰਖ ਜੀਵ ਕਦੇ ਵੀ ਉਸ ਮਾਲਕ ਨੂੰ ਚੇਤੇ ਨਹੀਂ ਕਰਦਾ, ਮਾਲਕ ਦੀ ਇਬਾਦਤ ਨਹੀਂ ਕਰਦਾ। ਕਹਿੰਦੇ ਫਿਰ ਦੱਸੋ ਭਾਈ, ਕਿਆ ਸੂਝੈ ਰਹਿਣ ਅੰਧੇਰੀ ਆ। ਜੀਵ ਨੂੰ ਫਿਰ ਆਪਣੇ ਜੀਵਨ ਕਾ ਕੀ ਸੁਝੇਗਾ, ਕਿਉਂਕਿ ਅਵਸਥਾ ਰੂਪੀ ਜਿਹੜੀ ਰਹਿਣ ਵਿੱਚ ਹਰ ਸਮੇਂ ਅਗਿਆਨਤਾ ਵਿੱਚ ਗਲਤਾਨ ਹੈ ਅਤੇ ਘੁੱਪ ਹਨੇਰਾ ਹੀ ਹਨੇਰਾ ਹੈ। ਹਨੇਰੇ ਵਿੱਚ ਜਿਵੇਂ ਕੁਝ ਦਿਖਾਈ ਨਹੀਂ ਦਿੰਦਾ, ਇਸ ਕਰਕੇ ਅਗਿਆਨਤਾ ਹੋਣ ਕਰਕੇ ਜੀਵ ਨੂੰ ਆਪਣਾ ਜਿਹੜਾ ਜੀਵਨ ਮਾਰਗ ਹੈ, ਜਿਸ ਮੰਜ਼ਿਲ 'ਤੇ ਪਹੁੰਚਣਾ, ਮੰਜ਼ਿਲ ਜੀਵ ਨੂੰ ਦਿਖਾਈ ਨਹੀਂ ਦੇ ਰਹੀ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਪਾਵਨ ਸ਼ਬਦ ਦੇ 5 ਬੰਦ ਹਨ। 4 ਬੰਦਾਂ ਵਿੱਚ ਪਾਤਸ਼ਾਹ ਨੇ 4 ਪਹਿਰਾਂ ਦੀ ਗੱਲ ਕੀਤੀ ਹੈ, ਅਤੇ ਅਖੀਰਲੇ ਬੰਦ 'ਚ ਪਾਤਸ਼ਾਹ ਨੇ ਸਾਰੇ ਸ਼ਬਦ ਦਾ ਜਿਹੜਾ ਨਿਚੋੜ ਕੱਢਿਆ ਹੈ। ਸੋ ਸਮੇਂ ਅਨੁਸਾਰ ਆਪ ਸੰਗਤਾਂ ਦੀ ਸੇਵਾ ਵਿੱਚ ਜੋ ਗੁਰਬਾਣੀ ਦੀ ਵਿਚਾਰ ਰੱਖੀ ਜਾਵੇਗੀ, ਸੋ ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਆਓ 5 ਮਿੰਟ ਲਈ ਆਪਾਂ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਕਰਨਾ ਹੈ, ਫਿਰ ਅਰਦਾਸ ਬੇਨਤੀ ਅਤੇ ਸਤਿਗੁਰੂ ਮਹਾਰਾਜ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਨਗੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
अजूनी सैभं गुर प्रसाद। एक ओंकार सतनाम करता पुरख निरभौ।